ਹੈਲੋ ਫਰੈਂਡਸ, ਸਵਾਗਤ ਹੈ ਚੈਨਲ ਹਰ ਖਬਰ ਤੇ। ਅੱਜ ਅਸੀਂ ਗੱਲ ਕਰਾਂਗੇ ਇੰਡੀਆ ਤੇ ਨੇਪਾਲ ਦੇ ਵਿੱਚ ਚੱਲ ਰਹੇ ਡਿਸਪਿਊਟ ਬਾਰੇ ਕਿ ਡਿਸਪਿਊਟ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਤੇ ਇਸ ਦੀ ਹਿਸਟਰੀ ਤੇ ਵੀ ਅਸੀਂ ਚਾਨਣਾ ਪਾਵਾਂਗੇ। ਸੋ ਇਸ ਦੀ ਸ਼ੁਰੂਆਤ 2019 ਦੇ ਵਿੱਚ ਹੋਈ ਜਦੋਂ ਇੰਡੀਆ ਨੇ ਆਪਣਾ ਇੱਕ ਨਿਊ ਮੈਪ ਰਿਲੀਜ਼ ਕੀਤਾ, ਜਿਸ ਵਿੱਚ ਉਸਨੇ ਕਾਲਾ ਪਾਣੀ ਇਲਾਕੇ ਨੂੰ ਵੀ ਇੰਡੀਅਨ ਮੈਪ ਦੇ ਵਿੱਚ ਸ਼ੋਅ ਕਰਤਾ, ਜਿਸ ਤੋਂ ਨੇਪਾਲੀ ਸਰਕਾਰ ਨੇ ਕਾਫੀ ਨਾਰਾਜ਼ਗੀ ਦਿਖਾਈ ਤੇ ਕਾਠਮੰਡੂ ਦੇ ਵਿੱਚ ਉਹਨਾਂ ਨੇ ਇਸ ਦੇ ਖਿਲਾਫ ਰੋਸ ਵੀ ਜਤਾਇਆ। ਤੇ ਇਹ ਮੁੱਦਾ ਉਦੋਂ ਹੋਰ ਭੜਕ ਗਿਆ ਜਦੋਂ ਇੰਡੀਅਨ ਡਿਫੈਂਸ ਮਿਨਿਸਟਰ ਨੇ ਇੱਕ ਰੋਡ ਦਾ ਉਦਘਾਟਨ ਕੀਤਾ, ਜੋ ਕਿ ਉੱਤਰਾਖੰਡ ਕਾਲਾ ਪਾਣੀ ਤੋਂ ਸ਼ੁਰੂ ਹੋ ਕੇ ਮਾਨਸਰੋਵਰ ਤੱਕ ਪਹੁੰਚਦਾ ਹੈ ਤੇ ਜੋ ਕਿ ਵਾਇਆ ਧਾਰਾਚੂਲਾ ਲਿਪੂਲੇਖ ਪਾਸ ਵੱਲ ਹੋ ਕੇ ਨੂੰ ਉੱਥੇ ਤੱਕ ਪਹੁੰਚਦਾ ਹੈ, ਜੋ ਕਿ ਕੁੱਲ 80 ਕਿਲੋਮੀਟਰ ਦਾ ਰੂਟ ਹੈ। ਜਿਸ ਤੇ ਨੇਪਾਲ ਸਰਕਾਰ ਨੇ ਅਗੇਨ ਨਾਰਾਜ਼ਗੀ ਜਤਾਈ ਤੇ ਕਿਹਾ ਸੀ ਕਿ ਅਗਰ ਇੰਡੀਆ ਨੇ ਇਹ ਜਿਹਾ ਕਰਨਾ ਵੀ ਸੀ ਤਾਂ ਉਹਨਾਂ ਨੂੰ ਪਹਿਲਾਂ ਨੇਪਾਲ ਸਰਕਾਰ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਸੀ। ਤਾਂ ਇੰਡੀਆ ਨੇ ਇਸ ਬਾਰੇ ਕਿਹਾ ਕਿ ਇੰਡੀਆ ਨੇ ਇਸ ਬਾਰੇ ਉਹਨਾਂ ਨਾਲ ਇਸ ਲਈ ਨਹੀਂ ਗੱਲ ਕੀਤੀ ਕਿਉਂਕਿ ਇਹ ਇਲਾਕਾ ਉਹਨਾਂ ਦਾ ਹੀ ਸੀ, ਸੋ ਇਸ ਬਾਰੇ ਨੇਪਾਲ ਸਰਕਾਰ ਨਾਲ ਗੱਲ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਸੋ ਇਸ ਤੋਂ ਬਾਅਦ ਨੇਪਾਲ ਸਰਕਾਰ ਨੇ ਗੁੱਸੇ ਦੇ ਵਿੱਚ ਆ ਕੇ ਆਪਣਾ 10 ਜੂਨ ਨੂੰ ਇੱਕ ਨਵਾਂ ਮੈਪ ਲਾਂਚ ਕੀਤਾ ਤੇ 18 ਜੂਨ ਨੂੰ ਉਹਨਾਂ ਨੇ ਇਸ ਮੈਪ ਦੇ ਵਿੱਚ ਲਿੰਪੀਆਦੂਰਾ ਲਿਪੂਲੇਖ ਤਾਂ ਕਾਲਾ ਪਾਣੀ ਇਲਾਕੇ ਨੂੰ ਆਪਣੇ ਮੈਪ ਦੇ ਵਿੱਚ ਇਨਕਲੂਡ ਕਰਤਾ। ਤੇ ਜਿਸ ਦੇ ਬਾਅਦ ਇੰਡੀਆ ਨੇ ਇਹ ਕਿਹਾ ਕਿ ਇਸ ਦਾ ਕੋਈ ਨੇਪਾਲ ਦਾ ਇਸ ਕਦਮ ਚੁੱਕਣ ਤੇ ਕੋਈ ਮਤਲਬ ਇੰਨਾ ਇਫੈਕਟਿਵ ਉਹਨਾਂ ਕੋਲ ਸਬੂਤ ਨਹੀਂ ਹੈਗਾ ਕਿ ਇਹ ਤਿੰਨੋਂ ਇਲਾਕੇ ਉਹਨਾਂ ਦੇ ਹੀ ਨੇ। ਸੋ ਗਾਇਜ਼, ਹੁਣ ਅਸੀਂ ਚਾਨਣਾ ਪਾਵਾਂਗੇ ਇਸ ਦੀ ਹਿਸਟਰੀ ਵੱਲ ਕਿ ਇਹ ਡਿਸਪਿਊਟਡ ਏਰੀਆ ਐਕਚੁਅਲੀ ਹੈ ਕੀ। ਸੋ ਗਾਇਜ਼, 1700 ਕਰੀਬ ਜਦੋਂ 1700 ਸਾਲ ਚੱਲ ਰਹੇ ਸੀ, 1700 ਈਸਵੀ ਦੇ ਵਿੱਚ ਨੇਪਾਲ ਇੰਨਾ ਵੀਕ ਨਹੀਂ ਸੀ। ਉਹਨੇ ਇੰਡੀਆ ਦਾ ਉੱਤਰਾਖੰਡ ਦਾ ਕੁਮਾਓ ਇਲਾਕਾ, ਗੜਵਾਲ ਇਲਾਕਾ ਤੇ ਸਿੱਕਿਮ ਦੇ ਕੁਝ ਇਲਾਕੇ ਤੇ ਆਪਣਾ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਉਸਦੀ ਈਸਟ ਇੰਡੀਆ ਕੰਪਨੀ ਯਾਨੀ ਕਿ ਬ੍ਰਿਟਿਸ਼ ਇੰਡੀਆ ਦੇ ਨਾਲ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਆਪਣੀ ਸਾਰੀ ਜਿੱਤੀ ਹੋਈ ਜ਼ਮੀਨ ਨੂੰ ਵਾਪਸ ਕਰਨਾ ਪੈਂਦਾ ਹੈ। ਤੇ ਉਸ ਤੋਂ ਬਾਅਦ ਨੇਪਾਲ ਨਾਲ ਇੱਕ ਸਗੌਲੀ ਟ੍ਰੀਟੀ ਹੁੰਦੀ ਹੈ ਬ੍ਰਿਟਿਸ਼ ਇੰਡੀਆ ਦੀ, ਜਿਸ ਵਿੱਚ ਇਹ ਤੈਅ ਕੀਤਾ ਜਾਂਦਾ ਹੈ ਕਿ ਨੇਪਾਲ ਦੀ ਜੋ ਰਿਵਰ ਹੈ ਜੋ ਕਾਲਾ ਪਾਣੀ ਰਿਵਰ ਹੈ, ਉਸਦੇ ਚੱਲਣ ਦੇ ਅਨੁਸਾਰ ਹੀ ਇੰਡੀਆ ਨਾਲ ਉਸਦੀ ਬਾਉਂਡਰੀ ਤੈਅ ਕੀਤੀ ਜਾਏਗੀ। ਸੋ ਨੇਪਾਲ ਨੇ ਇਸ ਗੱਲ ਨੂੰ ਉਦੋਂ ਮੰਨ ਲਿਆ ਤੇ ਜੋ ਲੜਾਈ ਚੱਲੀ ਸੀ ਉਹ 1814 ਦੇ ਵਿੱਚ ਸ਼ੁਰੂ ਹੋਈ ਸੀ ਤੇ 1816 ਦੇ ਵਿੱਚ ਖਤਮ ਹੋਈ ਸੀ। ਸੋ 1816 ਦੇ ਵਿੱਚ ਹੀ ਸਗੌਲੀ ਟ੍ਰੀਟੀ ਨੂੰ ਸਾਈਨ ਕੀਤਾ ਗਿਆ ਸੀ। ਸੋ ਕੁਝ ਸਮੇਂ ਬਾਅਦ ਹੀ ਬ੍ਰਿਟਿਸ਼ਰਸ ਨੇ ਬੜੀ ਹੀ ਚਲਾਕੀ ਨਾਲ ਇਸ ਮੈਪ ਨੂੰ ਮਤਲਬ ਲਿਫਟ ਕਰ ਦਿੱਤਾ, ਜੋ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਮਤਲਬ ਕਾਲਾ ਪਾਣੀ ਰਿਵਰ ਦੇ ਨਾਲ ਨਾਲ ਹੀ ਮਤਲਬ ਚੱਲਦਾ ਰਹੇਗਾ ਬਾਰਡਰ ਇੰਡੀਆ ਤੇ ਨੇਪਾਲ ਦਾ, ਉਸਨੂੰ ਲਿਫਟ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਜੋ ਇਹ ਜ਼ਮੀਨ ਹੈ ਉਹ ਉਸਦੀ ਜ਼ਿਆਦਾ ਸਟ੍ਰੈਟੇਜਿਕਲੀ ਇੰਪੋਰਟੈਂਸ ਹੈ ਤੇ ਉੱਥੇ ਉਹ ਯੂਐਸ ਦੇ ਨਾਲ ਟ੍ਰੇਡ ਦੇ ਲਈ ਵੀ ਇਸਨੂੰ ਇਸਤੇਮਾਲ ਕਰ ਸਕਦੇ ਹੋ। ਉਹਨਾਂ ਨੂੰ ਲੱਗਿਆ ਕਿ ਉਸ ਜ਼ਮੀਨ ਦੀ ਸਟ੍ਰੈਟੇਜਿਕਲ ਇੰਪੋਰਟੈਂਸ ਜ਼ਿਆਦਾ ਹੈ ਤਾਂ ਉਹਨੂੰ ਯੂਐਸ ਦੇ ਨਾਲ ਟ੍ਰੇਡ ਲਈ ਵੀ ਯੂਜ਼ ਕਰ ਸਕਦੇ ਨੇ, ਜਿਸ ਤੇ ਉਦੋਂ ਨੇਪਾਲ ਨੂੰ ਵੀ ਕੋਈ ਇੰਨੀ ਪ੍ਰੋਬਲਮ ਨਹੀਂ ਸੀ ਕਿਉਂਕਿ ਇਲਾਕਾ ਬਹੁਤ ਛੋਟਾ ਸੀ, ਬਹੁਤ ਘੱਟ ਲੋਕ ਉੱਥੇ ਰਹਿੰਦੇ ਸੀ ਤੇ ਐਕਚੁਅਲੀ ਉਹਦਾ ਰਸਤਾ ਵੀ ਇੱਕੋ ਹੀ ਨਿਕਲਦਾ ਸੀ ਜੋ ਕਿ ਸਿਰਫ ਮਾਨਸਰੋਵਰ ਤੱਕ ਪਹੁੰਚਦਾ ਸੀ। ਸੋ ਉਦੋਂ ਨੇਪਾਲ ਨੂੰ ਉਸ ਤੋਂ ਕੋਈ ਪ੍ਰੋਬਲਮ ਨਹੀਂ ਸੀ। ਤੇ ਉਸ ਤੋਂ ਬਾਅਦ 1962 ਦੇ ਵਿੱਚ ਇੰਡੀਅਨ ਮਿਲਟਰੀ ਨੇ ਜਦੋਂ ਕਿ ਉਹਨਾਂ ਦੀ ਚਾਈਨਾ ਨਾਲ ਜੰਗ ਛਿੜੀ ਸੀ, ਉਦੋਂ ਉੱਥੇ ਆਪਣੀ ਮਿਲਟਰੀ ਵੀ ਖੜਾਈ, ਉਦੋਂ ਵੀ ਨੇਪਾਲ ਨੂੰ ਉਸ ਤੋਂ ਕੋਈ ਪ੍ਰੋਬਲਮ ਨਹੀਂ ਸੀ। ਬਟ ਉਸ ਤੋਂ ਬਾਅਦ ਜਦੋਂ 1990 ਦੇ ਵਿੱਚ ਉੱਥੇ ਡੈਮੋਕ੍ਰੇਸੀ ਆਈ ਨੇਪਾਲ ਦੇ ਵਿੱਚ ਤਾਂ ਨੇਪਾਲੀ ਗਵਰਨਮੈਂਟ ਤੇ ਕਹਿ ਸਕਦੇ ਹਾਂ ਨੇਪਾਲੀ ਲੋਕਾਂ ਨੂੰ ਇਹ ਗੱਲ ਦਾ ਰਿਅਲਾਈਜ਼ ਹੋਇਆ ਉਹਨਾਂ ਨੂੰ। ਸੋ ਉਦੋਂ ਡੈਮੋਕ੍ਰੇਸੀ ਆਉਣ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਕਿ ਇਹ ਜ਼ਮੀਨ ਦੇ ਉੱਤੇ ਐਕਚੁਅਲੀ ਉਹਨਾਂ ਦਾ ਰਾਈਟ ਹੈ ਤੇ ਜ਼ਮੀਨ ਉਹਨਾਂ ਦੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ 2000 ਦੇ ਵਿੱਚ ਇੰਡੀਆ ਦੇ ਉਸ ਵਕਤ ਦੇ ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪਾਈ ਉੱਥੇ ਗਏ ਵੀ ਸੀ ਇਸ ਮੁੱਦੇ ਨੂੰ ਨੈਗੋਸ਼ੀਏਸ਼ਨ ਦੇ ਥਰੂ ਸੋਲਵ ਕਰਨ ਲਈ ਤੇ ਐਕਚੁਅਲੀ ਬਾਰਡਰ ਵੀ ਤੈਅ ਕਰਨ ਲਈ ਕਿ ਕਿਸ ਅਕੋਰਡਿੰਗ ਇਸ ਦੀ ਡਿਮਾਰਕੇਸ਼ਨ ਕੀਤੀ ਜਾਊਗੀ। ਬਟ ਇਹ ਮੀਟਿੰਗ ਉੱਥੇ ਹੀ ਖਤਮ ਹੋ ਗਈ ਕਿਉਂਕਿ ਨੇਪਾਲੀ ਸਰਕਾਰ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਸੀ ਕਿ ਅਸੀਂ ਇਸ ਡਿਮਾਰਕੇਸ਼ਨ ਨੂੰ ਕਰਨ ਲਈ ਤਿਆਰ ਹਾਂ, ਤੁਸੀਂ ਇੰਡੀਅਨ ਮਿਲਟਰੀ ਨੂੰ ਉੱਥੋਂ ਹਟਾਓਗੇ, ਜਿਸ ਨੂੰ ਉਹਨਾਂ ਨੇ ਨਹੀਂ ਮੰਨਿਆ ਤੇ ਮੀਟਿੰਗ ਉੱਥੇ ਖਤਮ ਹੋ ਗਈ। ਤੇ ਨੇਪਾਲ ਦੇ ਇੰਡੀਆ ਦੇ ਵਿੱਚ ਦਰਾਰ ਆਉਣ ਦਾ ਇੱਕ ਸਭ ਤੋਂ ਵੱਡਾ ਮੋੜ ਉਹ ਵੀ ਸੀ ਜਦੋਂ 2015 ਦੇ ਵਿੱਚ ਇੰਡੀਆ ਤੇ ਚਾਈਨਾ ਨੇ ਇਹ ਡਿਸਾਈਡ ਕੀਤਾ ਕਿ ਇਸ ਇਲਾਕੇ ਨੂੰ ਟ੍ਰੇਡ ਦੇ ਤੌਰ ਤੇ ਯੂਜ਼ ਕੀਤਾ ਜਾਊਗਾ। ਸੋ ਜਿਸ ਤੇ ਨੇਪਾਲ ਅਗੇਨ ਦੋਨਾਂ ਦੇਸ਼ਾਂ ਤੇ ਬਹੁਤ ਜ਼ਿਆਦਾ ਨਾਰਾਜ਼ ਹੋਇਆ ਸੀ ਕਿ ਉਹਨਾਂ ਤੋਂ ਬਿਨਾਂ ਪੁੱਛੇ ਇਸ ਜ਼ਮੀਨ ਦਾ ਇਸਤੇਮਾਲ ਕੀਤਾ ਗਿਆ। ਗਾਈਜ਼, ਇਹ ਗੱਲ ਵੀ ਸਾਹਮਣੇ ਆਉਂਦੀ ਹੈ ਵੀ ਜਿਹੜਾ ਕਾਲਾ ਪਾਣੀ ਇਲਾਕਾ ਹੈ ਤੇ ਜਿਹੜੀ ਕਾਲੀ ਰਿਵਰ ਹੈ
ਉਹਦੇ ਉੱਪਰ ਵੀ ਬੇਸਿਕਲੀ ਇਹ ਇਹਨਾਂ ਦਾ ਡਿਸਪਿਊਟ ਚੱਲ ਰਿਹਾ, ਕਿਉਂਕਿ ਨੇਪਾਲੀ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਕਾਲੀ ਰਿਵਰ ਹੈ ਜੋ ਲਿੰਫੀਆਦੂਰਾ ਤੋਂ ਓਰੀਜਨੇਟ ਹੁੰਦੀ ਹੈ, ਮਤਲਬ ਲਿੰਫੀਆਦੂਰਾ ਤੋਂ ਸ਼ੁਰੂ ਹੁੰਦੀ ਹੈ, ਪਰ ਉੱਥੇ ਜਿਹੜਾ ਇੰਡੀਆ ਉਹ ਇਹ ਮੰਨਦਾ ਹੈ ਕਿ ਇਹ ਰਿਵਰ ਕਾਲਾ ਪਾਣੀ ਤੋਂ ਸ਼ੁਰੂ ਹੁੰਦੀ ਹੈ। ਸੋ ਬੇਸਿਕਲੀ ਇਹ ਇੱਕ ਰਿਵਰ ਦੇ ਓਰੀਜਨੇਟ ਤੋਂ ਹੀ ਮਤਲਬ ਇਹ ਗੱਲ ਸ਼ੁਰੂ ਹੁੰਦੀ ਆ ਰਹੀ ਹੈ, ਕਿਉਂਕਿ ਟਾਈਮ ਤੇ ਬ੍ਰਿਟਿਸ਼ਰਸ ਨੇ ਵੀ ਉਸ ਬਾਉਂਡਰੀ ਨੂੰ ਬਦਲ ਦਿੱਤਾ ਸੀ, ਜਿਸ ਕਰਕੇ ਕਾਲਾ ਪਾਣੀ ਦੀ ਓਰੀਜਨੇਸ਼ਨ ਕਿੱਥੋਂ ਓਰੀਜਨੇਟ ਹੋਈ ਸੀ ਉਸ ਤੇ ਵੀ ਕਾਫੀ ਸਾਰੀਆਂ ਪ੍ਰੋਬਲਮਸ ਆਈਆਂ ਨੇ। ਸੋ ਇਹ ਡਿਸਪਿਊਟ ਉਦੋਂ ਤੋਂ ਚੱਲ ਰਿਹਾ ਹੈ ਜਦੋਂ ਬ੍ਰਿਟਿਸ਼ਰਸ ਨੇ ਇਸ ਬਾਉਂਡਰੀ ਨੂੰ ਤੈਅ ਕੀਤਾ ਸੀ ਸਗੌਲੀ ਟ੍ਰੀਟੀ ਦੇ ਅਨੁਸਾਰ। ਸੋ ਫਾਈਨਲੀ ਵੀਡੀਓ ਇੱਥੇ ਐਂਡ ਹੁੰਦੀ ਹੈ। ਮੈਂ ਹੋਪ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਇੰਡੀਆ ਤੇ ਨੇਪਾਲ ਦਾ ਡਿਸਪਿਊਟ ਸਮਝ ਆਇਆ ਹੋਣਾ। ਅਗਰ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ।